ਲੜੀਵਾਰ ਕਥਾ ਰਾਗ ਟੋਡੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਸ਼ਬਦ ਨੇ। 712 ਅੰਗ ਤੇ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਪਹੁੰਚੀ ਹੈ। ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਕਰ ਦੂਜਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਟੋਡੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ। ਦੂਜੇ ਘਰ ਸੁਰ ਤਾਲ ਵਿੱਚ ਪਾਵਨ ਬਾਣੀ ਨੂੰ ਗਾਇਨ ਕਰਨਾ। ਚੌਪਦੇ 4-4 ਪਦਿਆਂ ਵਾਲੇ ਸ਼ਬਦ ਅੱਗੇ ਆਉਣਗੇ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਇਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਧਾਇਓ ਰੇ ਮਨ ਦਹ ਦਿਸ਼ ਧਾਇਓ। ਇਹ ਵਾਹਿਗੁਰੂ ਮੇਰਾ ਇਹ ਮਨ ਭੱਜਿਆ ਫਿਰਦਾ, ਦੌੜਿਆ ਫਿਰਦਾ। ਅਗਨੀ ਔਰ ਪਵਨ ਦੇ ਸੰਜੋਗ ਤੋਂ ਇਹ ਮਨ ਬਣਿਆ। ਮਨ ਜਿਸ ਮਟੀਰੀਅਲ ਤੋਂ ਬਣਿਆ, ਸੂਖਮ ਤੱਤਾਂ ਤੋਂ, ਕਿਉਂਕਿ 5 ਸਥੂਲ ਤੱਤ ਨੇ, 5 ਹੀ ਉਹਨਾਂ ਦੇ ਸੂਖਸ਼ਮ ਭਾਵ ਨੇ, ਸੂਖਸ਼ਮ ਤੱਤਵ ਨੇ। ਸਾਡਾ ਜਿਹੜਾ ਮਨ ਹੈ ਇਹ ਅਗਨੀ ਔਰ ਪਵਨ ਇਹਨਾਂ ਦੇ ਸੰਜੋਗ ਤੋਂ ਬਣਿਆ ਹੋਇਆ। ਹਵਾ ਵੀ ਚਲਦੀ ਹੈ, ਅਗਨੀ ਵੀ ਮਚਲਦੀ ਰਹਿੰਦੀ ਹੈ। ਉਸ ਮਟੀਰੀਅਲ ਤੋਂ ਬਣਿਆ ਹੈ ਮਨ, ਸੂਖਸ਼ਮ ਤੱਤ। ਸਥੂਲ ਸਰੀਰ ਦੇ ਅੰਦਰ ਜੋ ਦੂਸਰਾ ਸਰੀਰ ਸੂਖਸ਼ਮ ਸਰੀਰ ਹੈ, ਉਹ ਸੂਖਸ਼ਮ ਸਰੀਰ ਦਾ ਹਿੱਸਾ ਹੈ ਮਨ। ਸਥੂਲ ਸਰੀਰ ਤਬਦੀਲ ਹੁੰਦਾ, ਸੂਖਸ਼ਮ ਸਰੀਰ ਉਹੀ ਰਹਿੰਦਾ ਜਦੋਂ ਤੱਕ ਮੋਕਸ਼ ਨੂੰ ਪ੍ਰਾਪਤ ਨਹੀਂ ਹੋ ਜਾਂਦਾ, ਮੁਕਤੀ ਨੂੰ ਪ੍ਰਾਪਤ ਨਹੀਂ ਹੋ ਜਾਂਦਾ। ਇੱਕ ਅੰਦਰ ਹੋਰ ਸਰੀਰ ਹੈ, ਉਸ ਨੂੰ ਕਾਰਨ ਸਰੀਰ ਕਹਿੰਦੇ ਨੇ। ਉਸ ਨੂੰ ਇੱਕ ਪਾਸੇ ਰੱਖ ਦਈਏ, ਕੇਵਲ ਇਹ ਸਮਝ ਲਈਏ ਕਿ ਸਥੂਲ ਸਰੀਰ ਦੇ ਅੰਦਰ ਜੋ ਸੂਖਸ਼ਮ ਸਰੀਰ ਹੈ, ਯਾਤਰਾ ਇਸੇ ਦੀ ਚੱਲ ਰਹੀ ਹੈ। ਔਰ ਅੱਜ ਦੀ ਨਹੀਂ, ਪਰਮੇਸ਼ਰ ਨੇ ਜਦੋਂ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਸਾਡੇ ਸੂਖਸ਼ਮ ਸਰੀਰ ਉਸੇ ਦਿਨ ਹੀ ਰਚੇ ਗਏ। ਔਰ ਇਹ ਚੱਲ ਰਹੀ ਹੈ ਯਾਤਰਾ। ਇਹ ਸੂਖਸ਼ਮ ਸਰੀਰ ਅਚੇਤ ਹੋ ਕੇ ਪਸ਼ੂ ਜੁਨੀਆਂ 'ਚ ਵੀ ਚਲਿਆ ਜਾਂਦਾ, ਉੱਥੇ ਮਨ ਅਚੇਤ ਹੋ ਜਾਂਦਾ। ਪਸ਼ੂਆਂ ਵਿੱਚ ਵੀ ਮਨ ਹੁੰਦਾ, ਪਰ ਉਹਨਾਂ ਦੇ ਮਨ ਵਿੱਚ ਕੋਈ ਵਿਚਾਰ, ਕੋਈ ਫੁਰਨਾ, ਸੰਕਲਪ ਨਹੀਂ ਹੁੰਦਾ, ਅਚੇਤ ਹੋ ਜਾਂਦਾ, ਕਿਉਂਕਿ ਉਹ ਕੇਵਲ ਭੋਗ ਜੂਨੀ ਹੈ। ਪਸ਼ੂਆਂ ਦੀ ਜੂਨੀ ਤੋਂ ਬਾਅਦ ਮਨੁੱਖੀ ਸਰੀਰ ਵਿੱਚ ਵੀ ਉਹੀ ਸੂਖਸ਼ਮ ਸਰੀਰ ਆਉਂਦਾ। ਸ਼ਾਇਦ ਇਸੇ ਕਰਕੇ ਮਨੁੱਖ ਦੀ ਫਿਤਰਤ ਵਿੱਚ ਪਸ਼ੂਆਂ ਦਾ ਸੁਭਾਅ ਮਿਲਿਆ ਹੁੰਦਾ। ਮਨੁੱਖ ਦੇ ਸੁਭਾਅ ਵਿੱਚ ਪਸ਼ੂਆਂ ਦੀ ਬਿਰਤੀ ਮਿਲੀ ਹੁੰਦੀ ਹੈ। ਔਰ ਕਈ ਮਨੁੱਖਾਂ ਦਾ ਸੁਭਾਅ ਪਸ਼ੂਆਂ ਨਾਲੋਂ ਵੀ ਅਤੀ ਕਰੂਰ ਹੁੰਦਾ, ਜਾਨਵਰਾਂ ਨਾਲੋਂ ਵੀ ਅਤੀ ਕਰੂਰ ਹੁੰਦਾ। ਦੋ ਚੀਜ਼ਾਂ ਨੇ, ਇੱਕ ਕਰੂਰਤਾ ਹੈ, ਇੱਕ ਕੋਮਲਤਾ ਹੈ। ਕਰੂਰ ਸੁਭਾਅ ਪਸ਼ੂ ਦਾ ਹੋ ਸਕਦਾ ਹੈ, ਜਾਨਵਰ ਦਾ ਹੋ ਸਕਦਾ ਹੈ, ਮਨੁੱਖ ਦਾ ਨਹੀਂ। ਮਨੁੱਖ ਨੂੰ ਜਿਹੜਾ ਸੁਭਾਅ ਪਰਮੇਸ਼ਰ ਨੇ, ਕੁਦਰਤ ਨੇ ਦਿੱਤਾ ਹੈ, ਉਹ ਹੈ ਕੋਮਲਤਾ। ਮਨ ਸੂਖਸ਼ਮ ਸਰੀਰ ਦਾ ਹਿੱਸਾ ਹੈ, ਇਹ ਟਿਕਦਾ ਨਹੀਂ ਹੈ। ਇਹਦੇ ਬਾਰੇ
ਵਿਦਵਾਨ ਜਨ ਉਦਾਹਰਨਾਂ ਦਿੰਦੇ ਹੈ। ਨਿਸ਼ਾਨ ਸਾਹਿਬ ਦੇ ਉੱਪਰ ਜਿਹੜਾ ਫਰਲਾ ਝੂਲਦਾ ਹੈ ਉਹ ਕਦੇ ਟਿਕਦਾ ਨਹੀਂ ਹੈ, ਥੋੜਾ ਥੋੜਾ ਹਿਲ ਜੁਲ, ਕੋਈ ਸਮੇਂ ਲਈ ਹਵਾ ਠੰਡੀ ਹੋਵੇ ਟਿਕ ਜਾਏ ਤਾਂ ਟਿਕ ਜਾਏ, ਨਹੀਂ ਤਾਂ ਚੱਲਦਾ ਰਹਿੰਦਾ। ਪਿੱਪਲ ਦੇ ਬੂਟੇ, ਦਰਖਤ ਹੁਣ ਤਾਂ ਸਿਮਟਦੇ ਚਲੇ ਜਾ ਰਹੇ ਨੇ, ਨਹੀਂ ਤਾਂ ਅਕਸਰ ਪਿੱਪਲ ਦਾ ਦਰਖਤ ਸਾਡੇ ਸਮਾਜ 'ਚ ਵੱਢਿਆ ਨਹੀਂ ਸੀ ਜਾਂਦਾ। ਉਹਦੇ ਨਾਲ ਲੋਕਾਂ ਨੇ ਕੁਝ ਅਖਾਣ ਜੋੜ ਲਏ ਸਨ ਵੀ ਇਹ ਤਾਂ ਦੇਵਤਾ ਹੁੰਦਾ ਜੀ, ਇੱਥੇ ਤਾਂ ਦੇਵਤੇ ਨੂੰ ਵੱਢਣਾ ਨਹੀਂ ਚਾਹੀਦਾ। ਉਹਦਾ ਅਸਲੀ ਮੂਲ ਕਾਰਨ ਸੀ ਕਿ ਪਿੱਪਲ ਦੇ ਦਰਖਤ ਵਿੱਚ ਕੁਦਰਤੀ ਤੌਰ ਤੇ ਗੁਣ ਬਹੁਤ ਨੇ। ਰਿਸ਼ੀਆਂ ਮੁਨੀਆਂ ਨੇ ਵਹਿਮ ਬਣਾ ਦਿੱਤੇ ਸਾਡੇ ਬਜ਼ੁਰਗਾਂ ਨੇ ਵੀ ਇਹਨੂੰ ਕੱਟਣਾ ਨਹੀਂ ਹੈ, ਨਹੀਂ ਤਾਂ ਪਿੱਪਲ ਦੇ ਵਿੱਚ ਉਹ ਦਿਨ ਰਾਤ ਆਕਸੀਜਨ ਨੂੰ ਛੱਡ ਰਿਹਾ ਹੈ, ਗੁਣ ਹੈ। ਔਰ ਉਹਦੀ ਆਯੂ ਬੜੀ ਲੰਮੀ ਹੁੰਦੀ ਹੈ ਪਿੱਪਲ ਦੀ। ਪਿੱਪਲ ਦੇ ਉੱਤੇ ਲੱਗੇ ਹੋਏ ਪੱਤਿਆਂ ਨੂੰ ਤੁਸੀਂ ਕਦੇ ਗਹੁ ਨਾਲ ਉਹਦੇ ਥੱਲੇ ਬਹਿ ਕੇ ਵੇਖੋ, ਉਹਦਾ ਪੱਤਾ ਕਦੇ ਟਿਕਦਾ ਨਹੀਂ ਹੈ। ਧਿਆਨ ਨਾਲ ਕਦੇ ਅਨੁਭਵ ਕਰਕੇ ਵੇਖਣਾ, ਉਹ ਪਿੱਪਲ ਦਾ ਪੱਤਾ ਹਿੱਲਦਾ ਰਹਿੰਦਾ ਹੈ। ਕਿਸੇ ਦੀਵੇ ਦੀ ਲਾਟ ਕੋਲ ਤੁਸੀਂ ਬੈਠ ਜਾਓ, ਉਹ ਦੀਵੇ ਦੀ ਲਾਟ ਵੀ ਕਦੇ ਇੱਕ ਜਗ੍ਹਾ ਤੇ ਨਹੀਂ ਟਿਕਦੀ, ਮਾੜੀ ਮੋਟੀ ਹਿਲ ਜੁਲ ਉਹਦੇ ਵਿੱਚ ਵੀ ਬਣੀ ਰਹਿੰਦੀ ਹੈ। ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ, ਪਿੱਪਲ ਦਾ ਪੱਤਾ ਤੇ ਦੀਵੇ ਦੀ ਸਿਖਾ, ਇਹ ਨਹੀਂ ਟਿਕਦੇ। ਹੇ ਵਾਹਿਗੁਰੂ, ਤੈਸੇ ਸਾਡਾ ਇਹ ਮਨ ਵੀ ਨਹੀਂ ਟਿਕਦਾ, ਇਹ ਵੀ ਭੱਜਿਆ ਫਿਰਦਾ। ਧਾਇਓ ਰੇ ਮਨ ਦਹਿ ਦਿਸ ਧਾਇਓ, ਇਹ ਵਾਹਿਗੁਰੂ ਸਾਡਾ ਇਹ ਮਨ ਭੱਜਦਾ ਹੈ, ਕੇਵਲ ਇੱਕ ਥਾਂ ਤੇ ਨਹੀਂ, 10 ਦਿਸ਼ਾਵਾਂ ਵੱਲ ਭੱਜਦਾ। ਹੈਰਾਨੀ ਹੈ ਵੀ ਪੈਰ ਕੋਈ ਨਹੀਂ ਇਹਦੇ, ਬਿਨਾਂ ਪੈਰਾਂ ਤੋਂ ਭੱਜਿਆ ਫਿਰਦਾ। ਜੇ ਕਿਤੇ ਰੱਬ ਨੇ ਪੈਰ ਲਾਏ ਹੁੰਦੇ ਖਬਰੇ ਕੀ ਕਰਦਾ, ਭੱਜਿਆ ਫਿਰਦਾ। ਔਰ 10 ਦਿਸ਼ਾਵਾਂ ਵਿੱਚ ਭੱਜਦਾ, ਇਹ ਟਿਕਦਾ ਨਹੀਂ, ਇਕਾਗਰ ਨਹੀਂ ਹੁੰਦਾ। ਬਾਦਸ਼ਾਹ ਕਹਿੰਦੇ, ਨਵਾਬ ਸਾਹਿਬ ਨਮਾਜ਼ ਪੜ੍ਹ ਰਹੇ ਹੋ, ਸੁਲਤਾਨਪੁਰ ਸਾਹਿਬ ਬੈਠੇ, ਮਨ ਇੱਥੇ ਨਹੀਂ, ਮਨ ਕਾਬਲ 'ਚ ਜਾ ਕੇ ਘੋੜੇ ਖਰੀਦ ਰਿਹਾ ਹੈ। ਕਾਜੀ ਸਾਹਿਬ ਬੈਠੇ ਮਸੀਤ ਵਿੱਚ ਨਮਾਜ਼ ਉਚਾਰ ਰਹੇ ਹੋ, ਮਨ ਤੁਹਾਡਾ ਘਰ ਪਹੁੰਚਿਆ ਹੋਇਆ, ਬਛੇਰਾ ਕਿਤੇ ਟੋਏ 'ਚ ਨਾ ਡਿੱਗ ਪਏ। ਮਨ ਭਜਦੇ ਨੇ। ਬੈਠੇ ਭਵੇਂ ਅਸੀਂ ਕਥਾ ਕੀਰਤਨ ਵਿੱਚ ਹੋਈਏ, ਮਨ ਪਤਾ ਨਹੀਂ ਕਿੱਥੇ ਕਿੱਥੇ ਗੇੜਾ ਲਾਉਂਦਾ, ਕਿੱਥੇ ਕਿੱਥੇ ਜਾ ਭਟਕਦਾ। ਹੇ ਵਾਹਿਗੁਰੂ, ਸਾਡਾ ਇਹ ਮਨ 10 ਦਿਸ਼ਾਵਾਂ ਵਿੱਚ ਭਜਦਾ ਹੈ, 10 ਦਿਸ਼ਾਵਾਂ ਵਿੱਚ ਦੌੜਦਾ ਹੈ। ਮਾਇਆ ਮਗਨ ਸਵਾਦ ਲੋਭ ਮੋਹਿਓ, ਤਿਨ ਪ੍ਰਭ ਆਪ ਭੁਲਾਇਓ। ਮਹਾਰਾਜ, ਸਾਡਾ ਇਹ ਮਨ ਮਾਇਆ ਦੇ ਵਿੱਚ ਮਗਨ ਹੋ ਰਿਹਾ ਹੈ, ਸਵਾਦਾਂ ਦੇ ਵਿੱਚ ਲੁਭਾਏਮਾਨ ਹੋ ਰਿਹਾ ਹੈ। ਮਾਇਆ 'ਚ ਮਗਨ ਹੈ, ਮਨਮੁਖ ਦਾ ਮਨ ਜਿਹੜਾ ਹੈ ਉਹ ਸਵਾਦਾਂ ਵਿੱਚ ਵੀ ਲੁਭਾਏਮਾਨ ਮੋਇਆ ਹੋਇਆ ਹੈ। ਹੇ ਪ੍ਰਭੂ, ਇਹੋ ਜਿਹਾ ਉਸ ਮਾਇਆ ਤੇ ਸਵਾਦਾਂ ਦੇ ਲੋਭ ਦੇ ਵਿੱਚ ਮਨ ਲੱਗਾ ਹੋਇਆ ਹੈ ਕਿ ਇਸ ਨੇ ਆਪਣਾ ਆਪ ਵੀ ਭੁਲਾਇਆ ਹੋਇਆ ਵੀ ਮੈਂ ਕੀ ਹਾਂ। ਤਿੰਨ ਪ੍ਰਭ ਆਪ ਭੁਲਾਇਓ, ਹੇ ਪ੍ਰਭੂ, ਤਿਨਾਂ ਨੇ ਤਾਂ ਆਪਣਾ ਆਪ ਵੀ ਭੁਲਾਇਆ ਹੋਇਆ ਹੈ ਵੀ ਮੇਰਾ ਆਪਣਾ ਰੂਪ ਕੀ ਹੈ। ਇਹਨੂੰ ਤਾਂ ਆਪਣਾ ਆਪ ਵੀ ਭੁੱਲਿਆ, ਜਿਵੇਂ ਕਹਿ ਨਹੀਂ ਦਿੰਦੇ ਇਹ ਤਾਂ ਆਪਣੀ ਆਪਣਾ ਆਪ ਵੀ ਭੁੱਲਿਆ ਫਿਰਦਾ, ਇਹਨੂੰ ਆਪਣਾ ਆਪ ਵੀ ਚੇਤੇ ਕੋਈ ਨਹੀਂ। ਅਸਲੀਅਤ ਇਹੀ ਹੈ ਸਾਡੇ ਸਾਰੇ ਜੀਵਾਂ ਦੀ ਕਿ ਸਾਨੂੰ ਆਪਣਾ ਆਪ ਭੁੱਲਿਆ ਹੀ ਹੋਇਆ ਹੈ। ਇਹੋ ਜਿਹਾ ਗਰਸਿਆ ਹੋਇਆ ਸਵਾਦਾਂ ਵਿੱਚ, ਮਾਇਆ ਦੇ ਨਸ਼ੇ ਵਿੱਚ ਮਗਨ ਹੋ ਰਿਹਾ ਹੈ ਮਨ
ਕਿ ਇਸ ਨੇ ਆਪਣਾ ਆਪ ਭੁਲਾਇਆ ਹੋਇਆ ਹੈ। ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ, ਇੱਕ ਮੋਹਤ ਨਾ ਇਹ ਮਨ ਲਾਇਓ। ਹਰੀ ਦੀ ਕਥਾ ਤੇ ਹਰੀ ਦੇ ਜਸ ਵਿੱਚ ਸਾਧ ਸੰਗਤ ਵਿੱਚ ਆ ਕੇ ਇੱਕ ਮੋਹਤ ਭਰ ਦਾ ਸਮਾਂ, 2 ਘੜੀਆਂ, ਮੁਹੂਰਤ ਤੇ 2 ਘੜੀਆਂ ਦਾ ਹੁੰਦਾ ਹੈ। ਇੱਕ ਮੋਹਤ ਮਾਤਰ ਦਾ ਸਮਾਂ ਵੀ ਇਹ ਮਨ ਇੱਥੇ ਨਹੀਂ ਲਾਇਆ ਮਨਮੁਖ ਨੇ। 2 ਘੜੀਆਂ ਵੀ ਇਸ ਪਾਸੇ ਮਨ ਨੂੰ ਨਹੀਂ ਜੋੜਿਆ। ਹਰੀ ਦੀ ਕਥਾ ਵਿੱਚ, ਹਰੀ ਦੇ ਜਸ ਵਿੱਚ, ਸਾਧ ਸੰਗਤ ਵਿੱਚ ਆ ਕੇ 2 ਘੜੀਆਂ ਵੀ ਮਨਮੁਖ ਨਹੀਂ ਬਤੀਤ ਕਰਦਾ। ਉਹ ਆਪਣੇ ਮਨ ਨੂੰ ਇੱਥੇ ਨਹੀਂ ਲਾਉਂਦਾ। ਬਿਗਸਿਓ ਪੇਖ ਰੰਗ ਕੁਸੰਭ ਕੋ, ਪਰ ਗ੍ਰਹਿ ਜੋਹਨ ਜਾਇਓ। ਜਿਵੇਂ ਕੁਸੁੰਬੇ ਦਾ ਰੰਗ ਵੇਖ ਕੇ ਕੋਈ ਸਮਝੇ ਵੀ ਇਹ ਤਾਂ ਸੱਚਾ ਤੇ ਗੂੜਾ ਹੈ, ਏਦਾਂ ਸੰਸਾਰ ਦੇ ਪਦਾਰਥਾਂ ਦੇ ਰੰਗਾਂ ਨੂੰ ਵੇਖ ਕੇ ਜਿਹੜੇ ਕਸੁੰਬੇ ਦੇ ਰੰਗ ਵਾਂਗੂ ਨੇ, ਮਹਾਰਾਜ ਜੀ ਸਾਡਾ ਜਿਹੜਾ ਇਹ ਮਨ ਹੈ, ਜੀਵ ਦਾ, ਮਨਮੁਖ ਦਾ ਜਿਹੜਾ ਮਨ ਹੈ, ਉਹ ਪਰ ਘਰ ਨੂੰ ਜੋਣ ਜਾਂਦਾ, ਪਰਖਣ ਜਾਂਦਾ ਵੀ ਫਲਾਣੇ ਘਰ ਵਿੱਚ, ਪਰਾਏ ਘਰ 'ਚ ਆਹ ਚੀਜ਼ ਹੈ। ਜਿਵੇਂ ਕੋਈ ਕਸੁੰਬੇ ਦੇ ਰੰਗ ਨੂੰ ਵੇਖ ਕੇ ਨਹੀਂ ਭਰਮ ਜਾਂਦਾ, ਏਦਾਂ ਮਹਾਰਾਜ ਇਹ ਜਿਹੜਾ ਮਨ ਹੈ, ਇਹ ਪਰਾਏ ਘਰ ਨੂੰ ਵੇਖ ਕੇ ਉਹਨੂੰ ਜੋਣ ਲਈ, ਤੱਕਣ ਲਈ ਜਾਂਦਾ ਹੈ। ਪਰ ਘਰ, ਪਰ ਧਨ, ਪਰਤੀ ਨਿੰਦਾ ਦੀਆਂ ਬਿਰਤੀਆਂ ਨੂੰ ਇਹ ਮਨ ਨਹੀਂ ਛੱਡਦਾ। ਕਸੁੰਬੇ ਦੇ ਰੰਗ ਨੂੰ ਵੇਖ ਕੇ ਜਿਵੇਂ ਕੋਈ ਭਰਮ ਜਾਏ, ਏਦਾਂ ਇਹ ਪਰਾਏ ਘਰ ਦੀਆਂ ਵਸਤੂਆਂ ਨੂੰ ਵੇਖ ਕੇ ਉਹਨਾਂ ਨੂੰ ਜੋਂਦਾ ਫਿਰਦਾ, ਪਰਖਦਾ ਫਿਰਦਾ, ਔਰ ਉੱਥੇ ਹੀ ਆਪਣਾ ਆਪ ਇਹਨੇ ਜੋੜਿਆ ਹੋਇਆ ਹੈ। ਚਰਨ ਕਮਲ ਸਿਓ ਭਾਉ ਨ ਕੀਨੋ, ਨੈ ਸਤਿਪੁਰਖ ਬਨਾਇਓ। ਮਹਾਰਾਜ ਤੁਹਾਡੇ ਚਰਨਾਂ ਕਮਲਾਂ ਨਾਲੇ ਨੇ ਪ੍ਰੇਮ ਨਹੀਂ ਕੀਤਾ। ਚਰਨ ਕਮਲ ਸਿਓ ਭਾਉ ਨ ਕੀਨੋ, ਮਹਾਰਾਜ ਤੁਹਾਡੇ ਚਰਨ ਕਮਲਾਂ ਨਾਲੇ ਨੇ ਪ੍ਰੇਮ ਨਹੀਂ ਕੀਤਾ। ਨਹਿ ਸਤਿਪੁਰਖ ਮਨਾਇਓ, ਨਾ ਇਹਨੇ ਸੱਚੇ ਪੁਰਖ ਨੂੰ ਮਨਾਇਆ, ਉਹਨੂੰ ਪੂਜਿਆ ਆਰਾਧਿਆ ਨਹੀਂ, ਉਹਨੂੰ ਮਨਾਉਣ ਦਾ ਯਤਨ ਨਹੀਂ ਕੀਤਾ। ਨਾ ਤੁਹਾਡੇ ਚਰਨਾਂ ਕਮਲਾਂ ਦੇ ਨਾਲ ਇਹਨੇ ਪ੍ਰੇਮ ਕੀਤਾ। ਧਾਵਤ ਕੋ ਧਾਵੈ ਬੋ ਪਾਤੀ, ਜੋ ਤੇਲੀ ਬਲਦ ਭਰਮਾਇਓ। ਮਹਾਰਾਜ ਜਿਹੜੀਆਂ ਚੀਜ਼ਾਂ, ਧਾਵਤ ਦਾ ਮਤਲਬ ਹੁੰਦਾ ਨੱਠ ਜਾਣੀਆਂ, ਨਾਸ਼ ਹੋ ਜਾਣੀਆਂ ਨੇ, ਉਹਨਾਂ ਪਿੱਛੇ ਭੱਜਿਆ ਫਿਰਦਾ ਕਈ ਤਰੀਕਿਆਂ ਨਾਲ। ਇਸ ਮਨੁੱਖ ਨੂੰ ਉਹਨਾਂ ਪਿੱਛੇ ਜਾ ਕੇ ਭਰਮਾਉਂਦਾ, ਜਿਹੜੀਆਂ ਚੀਜ਼ਾਂ ਰਹਿਣੀਆਂ ਹੀ ਨਹੀਂ ਉਹਨਾਂ ਪਿੱਛੇ ਭਰਮਾਉਂਦਾ। ਉਦਾਹਰਣ ਦਿੰਦੇ ਨੇ ਕਿਵੇਂ, ਜਿਵੇਂ ਤੇਲੀ ਬਲਦ ਨੂੰ ਵਿਚਾਰੇ ਨੂੰ ਸਾਰੀ ਰਾਤ ਅੱਖਾਂ ਤੇ ਪੱਟੀ ਬੰਨ੍ਹ ਕੇ ਕੋਹਲੂ ਆਲੇ ਦੁਆਲੇ ਭਰਮਾਈ ਜਾਂਦਾ। ਬਲਦ ਸੋਚਦਾ ਬੜਾ ਪੈਂਡਾ ਤੈਅ ਹੋ ਗਿਆ, ਉਹ ਹੁਣ ਤਾਂ ਸਾਰੀ ਰਾਤ ਹੋ ਗਈ ਟੁਰਦਿਆਂ, ਸਵੇਰੇ ਵੇਖਦਾ ਉੱਥੇ ਹੀ ਕੋਹਲੂ ਦੇ ਉੱਤੇ ਹੀ ਬੱਧਿਆ ਹੋਇਆ। ਜਿਵੇਂ ਤੇਲੀ ਬਲਦ ਨੂੰ ਭਰਮਾਉਂਦਾ ਮਹਾਰਾਜ, ਏਦਾਂ ਸਾਡਾ ਮਨ, ਇਹ ਜਿਹੜਾ ਜੀਵ ਦਾ ਮਨ ਹੈ, ਇਹ ਨਾਸ਼ਵਾਨ ਹੋਈਆਂ ਵਸਤੂਆਂ ਵੱਲ ਨੂੰ ਵੇਖ ਕੇ ਉਧਰ ਭੱਜਦਾ ਤੇ ਸਾਨੂੰ ਭਰਮਾਉਂਦਾ ਕਈ ਜਨਮਾਂ 'ਚ। ਇਹ ਮਨ ਹੀ ਭਰਮਾਉਂਦਾ। ਇਸ ਕਰਕੇ ਜਦੋਂ ਮਨ ਖਤਮ ਹੋ ਗਿਆ, ਉਦੋਂ ਆਵਾਗੁਣ ਵੀ ਖਤਮ ਹੋ ਗਿਆ। ਇਹ ਜਿਹੜਾ ਮਨ ਹੈ ਇਹੀ ਭਰਮਾਉਂਦਾ ਮਹਾਰਾਜ। ਜਿਵੇਂ ਤੇਲੀ ਬਲਦ ਨੂੰ ਭਰਮਾਈ ਜਾਂਦਾ ਹੈ, ਏਦਾਂ ਮਹਾਰਾਜ ਸਾਡਾ ਮਨ ਸਾਨੂੰ ਨਾਸ਼ਵਾਨ ਹੋਈਆਂ ਵਸਤੂਆਂ ਨੂੰ ਵੇਖ ਕੇ ਉਧਰ ਭਰਮਾਈ ਜਾਂਦਾ ਹੈ, ਆਵਾਗੁਣ ਦੇ ਚੱਕਰਾਂ ਵਿੱਚ ਭਟਕਾਈ ਜਾਂਦਾ ਹੈ। ਨਾਮ ਦਾਨ ਇਸ਼ਨਾਨ ਨਾ ਕੀਓ, ਇੱਕ ਨਿਮਖ ਨਾ ਕੀਰਤ ਗਾਇਓ। ਇਹ 3 ਚੀਜ਼ਾਂ ਬੜੀਆਂ ਅਤੀ ਆਵਸ਼ਕ ਨੇ, ਜ਼ਰੂਰੀ ਨੇ, ਸਿੱਖ ਨੇ ਇਹੀ ਮੰਗਣੀਆਂ ਗੁਰੂ ਚਰਨਾਂ 'ਚ। ਇੱਕ ਨਾਮ, ਦਾਨ, ਇਸ਼ਨਾਨ। ਨਾਮ, ਦਾਨ, ਇਸ਼ਨਾਨ। ਪਰ ਮਹਾਰਾਜ ਜੀ ਜਿਹੜਾ ਮਨਮੁਖ ਦਾ ਮਨ ਹੈ, ਇਹ ਨਾ ਤਾਂ ਨਾਮ ਜਪਦਾ, ਨਾ ਦਾਨ ਮੰਗਦਾ, ਨਾ ਦਾਨ ਕਰਦਾ, ਨਾ ਇਹਨੂੰ ਇਸ਼ਨਾਨ ਪਾਉਂਦਾ, ਨਾ ਸਾਧ ਸੰਗਤ ਵਿੱਚ ਇਸ਼ਨਾਨ ਪਾਉਂਦਾ, ਨਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਪਾਉਂਦਾ ਇਹਨੂੰ।
ਇਹਨੂੰ ਤਾਂ ਜਦੋਂ ਨੇਜਾ ਸੂਰਜ ਚੜ੍ਹ ਜੇ ਉਦੋਂ ਨਹਾਉਣਾ ਪਸੰਦ ਹੈ। ਇਹਨੂੰ ਅੰਮ੍ਰਿਤ ਵੇਲੇ ਦਾ ਇਸ਼ਨਾਨ ਵੀ ਨਹੀਂ ਚੰਗਾ ਲੱਗਦਾ। ਮਹਾਰਾਜ ਇਹਨੂੰ ਨਾ ਦਾਨ ਚੰਗਾ ਲੱਗਦਾ, ਦਾਨ ਨਹੀਂ ਕਰਦਾ। ਨਾ ਮਹਾਰਾਜ ਇਹਨੂੰ ਨਾਮ ਚੰਗਾ ਲੱਗਦਾ ਮਨਮੁਖ ਦੇ ਮਨ ਨੂੰ। ਇੱਕ ਨਿਮਖ ਨਾ ਕੀਰਤ ਗਾਇਓ, ਇੱਕ ਨਿਮਖ ਮਾਤਰ ਵੀ ਪਰਮੇਸ਼ਰ ਦੀ ਕੀਰਤੀ ਨਹੀਂ ਗਾਉਂਦਾ। ਇੱਕ ਨਿਮਖ ਭਰ ਦਾ ਸਮਾਂ ਵੀ ਵਾਹਿਗੁਰੂ ਦਾ ਕੀਰਤਨ ਨਹੀਂ ਗਾਇਨ ਕਰਦਾ। ਜਦੋਂ ਨਾਮਦਾਨ ਇਸ਼ਨਾਨ ਹੀ ਨਹੀਂ ਚੰਗਾ ਲੱਗਦਾ ਤੇ ਫਿਰ ਕੀਰਤੀ ਕਿੱਥੇ ਚੰਗੀ ਲੱਗਣੀ ਹੈ ਪਰਮੇਸ਼ਰ ਦੀ। ਨਾਮ ਮੰਗ ਲਓ, ਨਾਮ 'ਚ ਸਾਰਾ ਕੁਝ ਆ ਜਾਂਦਾ। ਫਿਰ ਦਾਨ ਮੰਗੋਗੇ, ਦਾਨ 'ਚ ਪਦਾਰਥ ਆ ਜਾਂਦੇ ਸੰਸਾਰ ਦੇ। ਇਸ਼ਨਾਨ ਮੰਗੋਗੇ, ਸਰੀਰ ਦੀ ਅਰੋਗਤਾਈ ਤੰਦਰੁਸਤੀ ਆ ਜਾਏਗੀ। ਚੰਗੇ ਭਲੇ ਸਰੀਰ 'ਚ ਹੋਵੋਗੇ, ਇਸ਼ਨਾਨ ਪਾਨ ਕਰ ਲੋਗੇ ਉੱਠ ਕੇ ਅੰਮ੍ਰਿਤ ਵੇਲੇ। ਪਰ ਮਨਮੁਖ ਬੰਦਾ ਨਾ ਨਾਮ ਜਪਦਾ, ਨਾ ਦਾਨ ਕਰਦਾ, ਨਾ ਇਸ਼ਨਾਨ ਉਹਨੂੰ ਭਾਉਂਦਾ। ਆ ਸਿਆਲਾਂ ਦੇ ਦਿਨਾਂ 'ਚ ਕਈਆਂ ਨੇ ਹਫ਼ਤੇ ਬਾਅਦ ਹੀ ਨਹਾਇਆ ਕਰਨਾ। ਹੁਣ ਅੱਗੇ ਡਿਓਡਰੈਂਟ ਮਿਲਦੇ ਆ, ਉਹ ਲਾ ਲੈਣੇ ਆ, ਲਾ ਕੇ ਫੂੰਕ ਕੇ ਸਰੀਰ ਦੇ ਉੱਤੇ ਪਟੇ ਜੇ ਵਾਹੁਣੇ ਕਰਨੇ ਆ ਤੇ ਟੁਰ ਪੈਣਾ ਕਰਨਾ। ਕਈਆਂ ਨੇ ਮਹੀਨਾ ਨਹੀਂ ਇਸ਼ਨਾਨ ਕਰਨਾ। ਹੁਣ ਤਾਂ ਚਲੋ ਸ਼ਾਇਦ ਕਰ ਲੈਂਦੇ ਹੋਣਗੇ ਇਸ ਮੌਸਮ 'ਚ। ਅੱਗੇ ਜਾ ਕੇ ਜਦੋਂ ਧੁੰਦਾਂ ਜੀਆਂ ਪੈਣੀਆਂ, ਫਿਰ ਧੁੱਪ ਉਡੀਕਦੇ ਆ ਵੀ 15 ਦਿਨਾਂ ਬਾਅਦ ਧੁੱਪ ਚੜ੍ਹੇਗੀ ਸੂਰਜ ਦੀ, ਫਿਰ ਨਹਾਵਾਂਗੇ ਬਹਿ ਕੇ, ਕੇਸਾਂ 'ਚ ਪਾਣੀ ਪਾਵਾਂਗੇ। ਏਦਾਂ ਦੇ ਵੀ ਐਨ ਕਈ ਮਹਾਂਪੁਰਸ਼, ਮਹਾਨ ਪੁਰਸ਼ ਹੀ ਕਵਾਂਗੇ। ਉਹਨਾਂ ਨੂੰ ਇਸ਼ਨਾਨ ਵੀ ਨਹੀਂ ਭਾਉਂਦਾ, ਇਸ਼ਨਾਨ ਵੀ ਨਹੀਂ ਚੰਗਾ ਲੱਗਦਾ। ਅਮਲੀਆਂ ਦਾ ਤਾਂ ਚਲੋ ਹੁੰਦਾ ਹੀ ਆ ਨਾ, ਵੀ ਅਮਲੀ ਤਾਂ ਉਦਾਂ ਹੀ ਪਾਣੀ ਤੋਂ ਡਰਦੇ ਆ, ਉਹਦਾ ਗਰਮੀਆਂ 'ਚ ਨਹੀਂ ਨਹਾਉਂਦੇ ਛੇਤੀ ਕਿਤੇ। ਤੇ ਇਹਨਾਂ ਦਿਨਾਂ ਦੇ ਵਿੱਚ ਹੋਰ ਔਖਾ ਹੋ ਜਾਂਦਾ ਉਹਨਾਂ ਵਾਸਤੇ। ਚੰਗੇ ਭਲੇ ਵੀ ਜਿਹੜੇ ਨੇ ਉਹ ਵੀ ਇਸ਼ਨਾਨ ਤੋਂ ਕਤਰਾਉਂਦੇ ਵੀ ਕਿਤੇ ਸਰੀਰ ਹੌਲਾ ਨਾ ਹੋ ਜਾਏ, ਕਿਤੇ ਮਾੜੀ ਮੋਟੀ ਲੱਗੀ ਮੈਲ ਲੈ ਨਾ ਜਾਏ। ਤੋ ਨਾਮਦਾਨ ਇਸ਼ਨਾਨ ਨਹੀਂ ਚੰਗਾ ਲੱਗਦਾ ਮਨਮੁਖਾਂ ਨੂੰ। ਨਾ ਇਸ਼ਨਾਨ ਚੰਗਾ ਲੱਗਦਾ, ਨਾ ਨਾਮ ਜਪਣਾ ਚੰਗਾ ਲੱਗਦਾ, ਨਾ ਦਾਨ ਕਰਨਾ ਚੰਗਾ ਲੱਗਦਾ। ਤੇ ਵਾਹਿਗੁਰੂ ਪਰਮੇਸ਼ਰ ਦੀ ਇੱਕ ਨਿਮਖ ਭਰ ਦਾ ਸਮਾਂ ਵੀ ਕੀਰਤੀ ਨਹੀਂ ਗਾਉਂਦੇ, ਉਹ ਵਾਹਿਗੁਰੂ ਦਾ ਕੀਰਤਨ ਨਹੀਂ ਕਰਦੇ। ਨਾਨਾ ਝੂਠ ਲਾਏ ਮਨ ਤੋਖਿਓ, ਨੈ ਬੂਝਿਓ ਅਪਨਾਇਓ। ਨਾਨਾ ਪ੍ਰਕਾਰ ਦੇ ਝੂਠ ਬੋਲਣੇ, ਨਾਨਾ ਝੂਠ ਜਿਹੜੇ ਨਾਨਾ ਪ੍ਰਕਾਰ ਦੇ ਝੂਠ ਨੇ ਉਧਰ ਲਾ ਕੇ ਆਪਣੇ ਆਪ ਨੂੰ, ਇਹ ਮਨ ਉਧਰ ਹੀ ਖੁਸ਼ ਹੋਇਆ ਫਿਰਦਾ। ਨਹਿ ਬੂਝਿਓ ਅਪਨਾਇਓ, ਇਹਨੇ ਬੁੱਝਿਆ ਨਹੀਂ ਵੀ ਇਹਦਾ ਆਪਣਾ ਕੀ ਹੈ। ਇਹਨੇ ਜਾਣਨ ਦਾ ਯਤਨ ਹੀ ਨਹੀਂ ਕੀਤਾ ਵੀ ਆਪਣਾ ਕੀ ਹੈ। ਜੋ ਆਪਣਾ ਹੈ ਉਸ ਨੂੰ ਜਾਣਿਆ ਨਹੀਂ, ਜੋ ਇਹਦਾ ਆਪਣਾ ਹੈ ਹੀ ਨਹੀਂ, ਬਸ ਉਸੇ ਪਾਸੇ ਲੱਗਿਆ ਹੋਇਆ। ਮਨ ਨੂੰ ਰਜਾਉਣਾ ਚਾਹੁੰਦਾ ਪਰ ਮਨ ਰੱਜਦਾ ਨਹੀਂ ਹੈ, ਉਸ ਪਾਸੇ ਜਾ ਕੇ ਸੰਸਾਰ ਦੇ ਝੂਠੇ ਪਦਾਰਥਾਂ 'ਚ ਲੱਗ ਕੇ। ਪਰ ਉਪਕਾਰ ਨਾ ਕਬਹੂ ਕੀਏ, ਨਹੀਂ ਸਤਿਗੁਰ ਸੇਵ ਧਿਆਇਓ। ਮਨਮੁਖ ਬੰਦਾ ਨਾ ਤਾਂ ਕਦੇ ਪਰਉਪਕਾਰ ਕਰਦਾ, ਉਹਨੂੰ ਪਰਉਪਕਾਰ ਨਹੀਂ ਭਾਉਂਦਾ, ਉਹਨੇ ਕਦੇ ਕਿਸੇ ਤੇ ਪਰਉਪਕਾਰ ਨਹੀਂ ਕੀਤਾ, ਤੇ ਨਾ ਸਤਿਗੁਰਾਂ ਦੀ ਸੇਵਾ ਕੀਤੀ ਤੇ ਨਾ ਹੀ ਸਤਿਗੁਰਾਂ ਨੂੰ ਧਿਆਇਆ। ਮਨਮੁਖ ਬੰਦੇ ਨੂੰ ਨਾ ਪਰਉਪਕਾਰ ਚੰਗਾ ਲੱਗਦਾ ਹੈ, ਨਾ ਸਤਿਗੁਰਾਂ ਦੀ ਸੇਵਾ ਚੰਗੀ ਲੱਗਦੀ ਹੈ, ਨਾ ਹੀ ਸਤਿਗੁਰਾਂ ਦਾ ਧਿਆਨ ਚੰਗਾ ਲੱਗਦਾ। ਉਹ ਕਹਿੰਦੇ ਅਸੀਂ ਠੇਕਾ ਲਿਆ ਲੋਕਾਂ ਦਾ, ਅਸੀਂ ਬੁੱਧਾ ਪਰਉਪਕਾਰ ਕਰੀਏ। ਵੀ ਅੱਗੇ ਤੂੰ ਕਿੰਨੇ ਕੁ ਝੰਡੇ ਗੱਡ ਦਿੱਤੇ ਆ ਪਰਉਪਕਾਰ ਕਰਕੇ, ਜਿਹੜਾ ਹੁਣ ਤੂੰ ਕਹਿੰਦਾ ਵੀ ਹਾਰ ਕੇ ਵੀ ਮੈਂ ਠੇਕਾ ਲਿਆ ਜੀ। ਇੱਥੇ ਦਾ ਜਿਨ੍ਹਾਂ ਨੇ ਠੇਕਾ ਲਿਆ ਹੁੰਦਾ ਉਹ ਨਹੀਂ ਆਉਂਦੇ ਪੁੱਛਣ ਬਾਤ 5-5 ਸਾਲ। ਜਿਹੜੇ ਠੇਕਾ ਲੈਂਦੇ ਆ ਉਹ ਕਿਹੜਾ ਆਉਂਦੇ ਆ 5-5 ਸਾਲ। ਜਦੋਂ ਐਨ ਅਖੀਰ ਤੇ ਆ ਕੇ 2-4 ਮਹੀਨੇ ਜੇ ਰਹਿ ਜਾਣਗੇ ਫਿਰ ਬੜੇ ਗੇੜੇ ਤੇ ਗੇੜੇ। ਸੋ ਕਹਿਣ ਤੋਂ ਭਾਵ ਕਿ ਪਰਉਪਕਾਰ ਦੀ ਬਿਰਤੀ ਵੀ ਸਮਾਪਤ ਹੈ ਕਲਯੁਗ ਵਿੱਚ। ਪਰਉਪਕਾਰ ਵੀ ਨਹੀਂ ਚੰਗਾ ਲੱਗਦਾ ਮਨਮੁਖ ਨੂੰ। ਜੇ ਕੋਈ ਦੂਜਾ ਪਰਉਪਕਾਰ ਕਰ ਰਿਹਾ ਉਹਦੇ ਤੇ ਉਂਗਲਾਂ ਚੁੱਕਣੀਆਂ ਜੀ, ਇਹ ਤਾਂ ਆਪਣੇ ਢਿੱਡ ਪਾਲਣ ਦੀ ਗੱਲ ਹੋ ਰਹੀ ਹੈ ਜੀ, ਇਹ ਕੋਈ ਪਰਉਪਕਾਰ ਥੋੜੀ ਹੈ ਜੀ, ਤਾਂ ਵਿਖਾਵਾ ਹੋ ਰਿਹਾ ਜੀ। ਹੁੰਦਾ ਵੀ ਹੋਵੇਗਾ ਪਰ ਸਾਰਿਆਂ ਨੂੰ ਇੱਕੋ ਛਾਬੇ 'ਚ ਪਾ ਕੇ ਨਹੀਂ ਤੋਲਣਾ ਚਾਹੀਦਾ।
ਪਰਉਪਕਾਰ ਵੀ ਨਹੀਂ ਕੀਤਾ। ਤੇ ਪਰਉਪਕਾਰ ਜੇ ਕੋਈ ਕਰ ਵੀ ਰਿਹਾ ਵਿਖਾਵੇ ਮਾਤਰ ਕਰਕੇ, ਕਲੀ ਕਾਲ ਦੇ ਸਮੇਂ 'ਚ ਪਰਉਪਕਾਰ ਪਤਾ ਕਿ ਭੇਡਾਂ ਦੀ ਮਹਿਫਲ ਦੇ ਵਿੱਚ ਇੱਕ ਆਇਆ ਸੱਜਣ, ਕਹਿੰਦਾ ਇਸ ਵਾਰ ਸਿਆਲਾਂ ਦੇ ਵਿੱਚ ਤੁਹਾਨੂੰ ਮੋਟੇ ਮੋਟੇ ਕੰਬਲ ਦਿੱਤੇ ਜਾਣਗੇ, ਵਧੀਆ ਉਹਨਾਂ ਦੇ ਬਣੇ ਹੋਏ। ਭੇਡਾਂ ਬੜੀਆਂ ਖੁਸ਼, ਛਾਲਾਂ ਮਾਰਨ ਵੀ ਸਾਡੀ ਸਰਦੀ ਬੜੀ ਸੌਖੀ ਕਟੇਣੀ। ਸਿਆਲ ਆਏ, ਉਹਨਾਂ ਭੇਡਾਂ ਨੂੰ ਹੀ ਮੁੰਨਣਾ ਸ਼ੁਰੂ ਕਰ ਦਿੱਤਾ। ਕਹਿੰਦੇ ਵੀ ਆਹ ਕੀ? ਕਹਿੰਦੇ ਇਸੇ ਦੇ ਤਾਂ ਕੰਬਲ ਬਣਨੇ। ਅੱਜ ਕੱਲ ਪਰਉਪਕਾਰ ਆਹ ਬਿਰਤੀ ਨਾਲ ਕੀਤਾ ਜਾਂਦਾ ਬਹੁਤਿਆਂ ਵੱਲੋਂ, ਪਰਉਪਕਾਰ ਦੀ ਬਿਰਤੀ ਆ। ਨਾ ਸਤਿਗੁਰਾਂ ਦੀ ਸੇਵਾ ਕੀਤੀ, ਨਾ ਸਤਿਗੁਰਾਂ ਨੂੰ ਮਨਾਇਆ, ਨਾ ਸਤਿਗੁਰਾਂ ਨੂੰ ਪੂਜਿਆ ਧਿਆਇਆ। ਹਾਂਜੀ। ਪੰਚ ਦੂਤ ਰਚ ਸੰਗਤ ਗੋਸ਼ਟ, ਮਤਵਾਰੋ ਮਦ ਮਾਇਓ। ਜਿਹੜੇ ਪੰਜ ਦੂਤ ਨੇ ਕਾਮ ਕ੍ਰੋਧ ਆਦਿਕ, ਉਹਨਾਂ ਨਾਲ ਲੱਗੇ ਹੋਏ ਨੇ, ਉਹਨਾਂ ਦੀ ਸੰਗਤ ਕਰਕੇ ਉਹਨਾਂ ਨਾਲ ਹੀ ਗੋਸ਼ਟ ਕੀਤੀ, ਮੇਲ ਮਿਲਾਪ ਕੀਤਾ। ਗੋਸ਼ਟੀ ਦਾ ਮਤਲਬ ਹੁੰਦਾ ਮੇਲ ਮਿਲਾਪ ਕਰਕੇ ਉਹਨਾਂ ਨਾਲ ਗੱਲਬਾਤ ਕਰਨੀ, ਵਿੱਚ ਬਹਿਣਾ ਔਰ ਮਿਲ ਜਾਣਾ। ਗੋਸ਼ਟ ਹੁੰਦੀ ਉੱਥੇ ਹੈ ਜਿੱਥੇ ਮੇਲ ਮਿਲਾਪ ਹੋਵੇ। ਮਨਮੁਖ ਦਾ ਜਿਹੜਾ ਮਨ ਹੈ ਉਹ ਪੰਜਾਂ ਦੂਤਾਂ ਦੇ ਵਿੱਚ ਰਚਿਆ ਹੋਇਆ, ਉਹਨਾਂ ਨਾਲ ਹੀ ਗੋਸ਼ਟ ਕਰਦਾ, ਉਹਨਾਂ ਨਾਲ ਹੀ ਮਿਲਿਆ ਰਹਿੰਦਾ। ਮਤਵਾਰੋ ਮਦ ਮਾਇਓ, ਮਾਇਆ ਦੇ ਨਸ਼ਾ ਵਿੱਚ ਮੱਤਿਆ ਹੋਇਆ ਇਹ ਮਤਵਾਲਾ ਹੋਇਆ ਫਿਰਦਾ ਮਨ, ਇਹ ਬਾਬਰਾ ਹੋਇਆ ਫਿਰਦਾ। ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਛਲ ਸੁਣ ਆਇਓ। ਹੇ ਪ੍ਰਭੂ ਜੀ, ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਮੈਨੂੰ ਸਾਧ ਸੰਗਤ ਬਖਸ਼ੋ, ਸਾਧੂਆਂ ਦਾ ਸੰਗ ਬਖਸ਼ੋ। ਅਖੀਰ ਚੁਣ ਮਹਾਰਾਜ ਮੇਰੀ ਦਸ਼ਾ ਉੱਪਰ ਦੱਸੀ ਪੰਕਤੀਆਂ ਵਿੱਚ ਮੈਂ ਦੱਸ ਬੈਠਾ ਮੈਂ ਆਹ ਚੀਜ਼ ਆ, ਪਰ ਹੁਣ ਮੈਂ ਬੇਨਤੀ ਕਰਦਾ ਮੇਰੇ ਸੁਆਮੀ, ਬੜਾ ਸਮਾਂ ਹੋ ਗਿਆ ਭਟਕਦਿਆਂ ਭਰਮਦਿਆਂ, ਮੈਨੂੰ ਸਾਧ ਸੰਗਤ ਬਖਸ਼ੋ। ਭਗਤ ਵਚਲ ਸੁਣ ਆਇਓ। ਮਹਾਰਾਜ ਮੈਂ ਸੁਣਿਆ ਕਿ ਤੁਸੀਂ ਭਗਤ ਵਤਸਲ ਹੋ, ਸਾਧੂ ਤੁਹਾਨੂੰ ਭਗਤ ਪਿਆਰੇ ਲੱਗਦੇ ਨੇ। ਇਹ ਸੁਣ ਕੇ ਮੈਂ ਸਾਧ ਸੰਗਤ ਦੀ ਸ਼ਰਨ ਆ ਗਿਆ, ਤੁਹਾਡੀ ਸ਼ਰਨ ਆ ਗਿਆ। ਕਿਰਪਾ ਕਰੋ ਮਹਾਰਾਜ, ਆਪਣੇ ਬਿਰਦ ਦੀ ਪਾਲਣਾ ਕਰੋ। ਨਾਨਕ ਭਾਗ ਭਰਿਓ ਹਰ ਪਾਛੈ, ਰਾਖ ਲਾਜ ਅਪਨਾਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮਹਾਰਾਜ ਜੀ ਬੇਨਤੀ ਕਰੋ, ਏਦਾਂ ਬੇਨਤੀ ਕਰੋ ਗੁਰੂ ਅੱਗੇ, ਮਹਾਰਾਜ ਮੈਂ ਜੰਮਾਂ ਤੋਂ ਡਰ ਕੇ ਭੈ ਭੀਤ ਹੋ ਕੇ ਭੱਜ ਕੇ ਤੁਹਾਡੀ ਸ਼ਰਨ ਚ ਆ ਗਿਆ, ਮੇਰੀ ਲਾਜ ਰੱਖ ਲਓ, ਮੈਨੂੰ ਆਪਣਾ ਬਣਾ ਲਓ। ਮਹਾਰਾਜ ਰਾਖ ਲਾਜ ਅਪਨਾਇਓ, ਆਪਣਾ ਜਾਣ ਕੇ ਮਹਾਰਾਜ ਮੇਰੀ ਲਾਜ ਰੱਖ ਲਓ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਇ ਨ ਜਾਣੈ ਊਚੇ ਤੇ ਊਚਾ ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ ਆਗਿਆ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ। ਕਾਂਜੇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਗਵਾਹੀ ਦੇਖ ਕੇ ਆਂਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤੋ ਦੇਗੋ ਤੇਗੋ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ।
हे अकाल पुरख अपने पंथ दे सदा सहाई दातार जियो। श्री ननकाना साहिब ते होर जिन्ना गुरुद्वारियां गुरधामां दे आप दे पंथ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੇ ਦਾਨ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦੇ ਪਾਵਨ ਪਵਿੱਤਰ ਸੁੰਦਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੇ ਅੰਮ੍ਰਿਤ ਵੇਲੇ ਦੇ ਸੱਚਖੰਡ ਸੁੰਦਰ ਸੱਜੇ ਪਾਵਨ ਦੀਵਾਨਾਂ ਅੰਦਰ ਇਲਾਹੀ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਆਨੰਦ ਸਾਹਿਬ 6 ਪੌੜੀਆਂ ਦੇ ਗਾਇਨ ਆਪ ਜੀ ਦੇ ਬਖਸ਼ੇ ਅੰਮ੍ਰਿਤ ਵੇਲੇ ਦੇ ਪਾਵਨ ਮੁਖ ਵਾਕ ਦੀ ਕਥਾ ਵਿਚਾਰ ਉਪਰੰਤ ਲੜੀਵਾਰ ਪਾਵਨ ਬਚਨਾਂ ਦੀ ਕਥਾ ਵਿਚਾਰ ਹੋਈ। ਸਮੁੱਚੀਆਂ ਸੇਵਾ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਪੜੀ ਸੁਣੀ ਵਿਚਾਰੀ ਪਾਵਨ ਗੁਰਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚ ਵਸਾਉਣਾ ਤਿਲ ਫੁੱਲ ਭੇਟਾਵਾਂ ਹਾਜ਼ਰੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਸਿਮਰਨ ਦੀਆਂ ਦਾਤਾਂ ਤਨ ਦੀ ਅਰੋਗਤਾ ਸਿੱਖੀ ਸਿਦਕ ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ਣਾ ਜੀ। ਘਰ ਪਰਿਵਾਰਾਂ 'ਚ ਸੁੱਖ ਵਰਤਾਉਣੀ ਸਰਬੱਤ ਦੇ ਕਾਰਜ ਰਾਸ ਕਰਨੇ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਅੰਦਰੋਂ ਅਤੇ ਸਰਬੱਤ ਸੰਗਤਾਂ ਵੱਲੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਜੋ ਜੀ ਸਕੇ ਸੋ ਆਪ ਜੀਆਂ ਦਾ ਪਾਵਨ ਨਾਮ ਜਪੇ। ਮਿਹਰਬਾਨ ਦਾਤਾ ਜੀਓ ਮਿਹਰਾਮਤ ਕਰੋ ਆਪ ਜੀ ਹੁਕਮ ਬਖਸ਼ੋ। ਸਰਬੱਤ ਸਿੱਖ ਸਾਧ ਸੰਗਤ ਪੜਦੇ ਸੁਣਦੇ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੇ ਮਾਨਿਆ ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਵਾਰ ਹੋਏ ਸਾ ਮਿਲਾਂਗੇ ਬਜੇ ਸ਼ਰਨ ਜੋ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਵਾਰ ਹੋਏ ਸਾ ਮਿਲਾਂਗੇ ਬਜੇ ਸ਼ਰਨ ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੱਥ ਕਲਮ ਅਗੰਮ ਮਸਤਕ ਲੇਖਾਵਤੀ ਉਰਝ ਰਹਿਓ ਸਭ ਸੰਗ ਅਨੂਪਰ ਪਾਵਤੀ। ਉਸਤਤ ਕਹਿਨ ਨ ਜਾਏ
ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਹੋਵੈ ਸਿਫਤ ਖਸਮੰਦੇ ਨੂਰ ਅਰਸਹੁ ਕੁਰਸਹੁ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਸਜਣ ਸੱਚਾ ਪਾਤਸ਼ਾਹ ਸਿਰ ਸਾਂਧੈ ਜਿਸ ਪਾਸ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਸਥਾਪਨਾ ਦਿਵਸ 100 ਸਾਲਾ ਸ਼ਤਾਬਦੀ ਦਿਵਸ ਹੈ, ਉਹ 17 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਉਸੇ ਦੇ ਸਬੰਧ ਵਿੱਚ 15 ਤਰੀਕ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦੀਵਾਨ ਸਜਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।